तू सुल्तान कहा हूँ मियाँ तेरी कवन बड़ाई, जो तू देहें सो कहाँ सुआमी। मैं मूरख कहन न जाई, मैं मूरख कहन न जाई। सतनाम श्री वाहिगुरु साहिब जी। गोड़ी कबीर जी। गर्भवास मह कुल नहीं जाती, ब्रह्म बिंद ते सब उत्पाती। कहो रे पंडित बामन कब के होए, बामन कह कह जन्म मत खोए। रहाओ जो तू ब्राह्मण ब्राह्मणी जाया, तो आन बाट काहे नहीं आया। तुम कत ब्राह्मण हम कत सूद, हम कत लोहू तुम कत दूध। कहो कबीर जो ब्रह्म विचारै, सो ब्राह्मण कहियत है हमारे। वाहिगुरु जी का खालसा वाहिगुरु जी की फतेह। तन तन साहिब श्री गुरु ग्रंथ साहब महाराज जी दी पावन पाक हजूरी विच जुड़ बैठे सत्संगी जनों, सतगुरां ने कृपा की ਅੰਮ੍ਰਿਤ ਵੇਲੇ गुरु घर दे विच जुड़ बैठन का सुभाग समा प्राप्त होया है। साहिबां दी उचारण की हुई अंमृत बाणी जो गुरु ग्रंथ साहिब दे विच दर्ज है, उसदे नाल नाल गुरु महाराज ने कृपा की भगतां दी बाणी आप खोज करके भगतां तक पहुँच के सतगुरु जी ने उस बाणी नूं इकत्तर किया और अपनी बाणी दे बराबर दा मान सत्कार दिता। असी भगतां दी उचारण की हुई बाणी नूं विचार रहे हाँ। इस लड़ी दे विच गोड़ी राग दे विच उचारण की हुई बाणी ये पावन अगमी बोल भगत कबीर साहब जी दे हन, जो मूल पाठ आप जी ने सरवण किया है। पावन अंक 324 के उत्ते ये दरगाही बोल दर्ज हैं। भगत कबीर साहब जी ने मानवता नूं एक ज्ञान दिता कि अपनी जात का अहंकार करके, अपनी जात का मान करके किसी भी मनुख नूं अपना मनुखा जीवन
ਅਜਾਈ ਨਹੀਂ ਗਵਾਉਣਾ ਚਾਹੀਦਾ, ਵਿਅਰਥ ਨਹੀਂ ਗਵਾਉਣਾ ਚਾਹੀਦਾ। ਆਓ ਕੀ ਉਪਦੇਸ਼ ਕਰ ਰਹੇ ਹਨ, ਇਸ ਉਪਦੇਸ਼ ਨੂੰ ਦ੍ਰਿੜ ਕਰਨ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੋ ਜੀ। ਪ੍ਰੇਮ ਸਹਿਤ ਗੁਰਫਤਿਹ ਦੀ ਸਾਧਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਆਖਣ ਲੱਗੇ, ਕਹੋ ਦੇ ਪੰਡਿਤ ਬਾਮਨ ਕਬ ਕੇ ਹੋਏ, ਬਾਮਨ ਕਹਿ ਕੇ ਜਨਮ ਮਤ ਖੋਏ ਰਹਾਓ। ਕਹੋ ਦਾ ਅਰਥ ਹੈ ਦਸ, ਕਹਿ ਰੇ ਦਾ ਅਰਥ ਹੈ ਹੇ, ਪੰਡਿਤ ਦਾ ਅਰਥ ਹੈ ਹੇ ਪੰਡਿਤ, ਹੇ ਬ੍ਰਾਹਮਣ। ਕਹਿੰਦੇ ਬਾਮਣ ਕਬ ਕੇ ਹੋਏ। ਪੰਡਿਤ ਦਾ ਅਰਥ ਵੈਸੇ ਵਿਦਵਾਨ ਵੀ ਹੈ, ਗਿਆਨਵਾਨ ਵੀ ਹੈ, ਕਿਉਂਕਿ ਉਸ ਵੇਲੇ ਧਰਮ ਨੂੰ ਪ੍ਰਚਾਰਨ ਵਾਲੇ ਜਿਹੜੇ ਨੇ ਉਹ ਬ੍ਰਾਹਮਣ ਹੀ ਸਨ, ਅਤੇ ਉਹਨਾਂ ਨੂੰ ਧਰਮ ਦਾ ਬੋਧ ਸੀ, ਧਰਮ ਦਾ ਗਿਆਨ ਸੀ। ਕਿਉਂਕਿ ਪੰਡਿਤ ਅੱਖਰ ਵੈਸੇ ਗਿਆਨਵਾਨ ਮਨੁੱਖ ਵਾਸਤੇ ਆਉਂਦਾ ਹੈ, ਵਿਦਵਾਨ ਵਾਸਤੇ ਆਉਂਦਾ। ਇਸ ਕਰਕੇ ਕਬੀਰ ਸਾਹਿਬ ਨੇ ਸੰਬੋਧਨ ਕੀਤਾ, ਦਸ ਪਾਓ ਕਹੋ ਦੇ ਪੰਡਿਤ, ਦਸ ਹੇ ਪੰਡਿਤ ਬਾਹਮਣ ਕਬ ਕੇ ਹੋਏ। ਤੁਸੀਂ ਬ੍ਰਾਹਮਣ ਕਦੋਂ ਦੇ ਬਣ ਗਏ ਹੋ, ਤੁਸੀਂ ਬ੍ਰਾਹਮਣ ਕਦੋਂ ਦੇ ਬਣ ਗਏ ਹੋ। ਬ੍ਰਾਹਮਣ ਦਾ ਅਰਥ ਹੈ ਜਿਹੜਾ ਕਿ ਬ੍ਰਹਮ ਦੇ ਨਾਲ ਜੁੜ ਗਿਆ। ਪਾਓ ਕਦੋਂ ਤੋਂ ਤੁਸੀਂ ਬ੍ਰਹਮ ਨਾਲ ਜੁੜ ਗਏ ਹੋ, ਕਿੰਨਾ ਟਾਈਮ ਹੋ ਗਿਆ। ਵੀ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਅਸੀਂ ਬ੍ਰਾਹਮਣ, ਅਤੇ ਬ੍ਰਾਹਮਣ ਦਾ ਅਰਥ ਤਾਂ ਉਹ ਹੈ ਜਿਹੜਾ ਬ੍ਰਹਮ ਨਾਲ ਜੁੜਿਆ ਹੋਵੇ, ਪਰਮਾਤਮਾ ਨਾਲ ਜੁੜਿਆ ਹੋਵੇ। ਅਤੇ ਇੱਕ ਤਰਕ ਖੜੀ ਕਰ ਰਹੇ ਨੇ, ਦੱਸੋ ਕਿ ਤੁਸੀਂ ਕਦੋਂ ਦੇ ਬ੍ਰਾਹਮਣ ਬਣ ਗਏ ਹੋ। ਹੁਣ ਅੱਗੋਂ ਜਵਾਬ ਤਾਂ ਕੋਈ ਨਹੀਂ ਨਾ, ਕਿਉਂਕਿ ਜਵਾਬ ਉਹ ਦੇ ਸਕਦਾ ਜਿਹੜਾ ਬ੍ਰਹਮ ਨਾਲ ਜੁੜਿਆ, ਜਿਹੜਾ ਪਰਮੇਸ਼ਰ ਨਾਲ ਜੁੜਿਆ, ਪਰ ਜਿਹੜਾ ਕੇਵਲ ਪਦਾਰਥਾਂ ਨਾਲ ਜੁੜਿਆ ਹੋਇਆ, ਜਿਸ ਦੇ ਅੰਦਰ ਪਦਾਰਥਾਂ ਦੀ ਮੰਗ ਹੈ, ਜਜ਼ਬਾਨਾਂ ਕੋਲੋਂ ਚੀਜ਼ਾਂ ਇਕੱਠੀ ਕਰਨ ਦੀ ਮੰਗ ਹੈ, ਉਹ ਕਿਵੇਂ ਕਹਿ ਸਕਦਾ ਵੀ ਮੈਂ ਬ੍ਰਹਮ ਨਾਲ ਜੁੜਿਆ ਹੋਇਆ, ਜਿਹੜਾ ਉਹਨਾਂ ਦੇ ਆਸਰੇ 'ਤੇ ਪਲ ਰਿਹਾ। ਫਿਰ ਕਹਿੰਦੇ ਨੇ ਬਾਮਨ ਕਹਿ ਜਨਮ ਮਤ ਖੋਏ। ਭਗਤ ਕਬੀਰ ਸਾਹਿਬ ਆਖਣ ਲੱਗੇ, ਇਹ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ ਅਹੰਕਾਰ ਵਿੱਚ ਅਜਾਈ ਨਾ ਗਵਾਓ। ਆਓ ਕਿ ਤੁਸੀਂ ਆਪਣਾ ਜੀਵਨ ਜਿਹੜਾ ਹੈ ਉਹ ਹੰਕਾਰ ਦੇ ਵਿੱਚ ਗਵਾ ਰਹੇ ਹੋ। ਔਰ ਕਈ ਵਾਰੀ ਮਨੁੱਖ ਇਸ ਤਰ੍ਹਾਂ ਆਪਣੇ ਜੀਵਨ ਨੂੰ ਗਵਾਉਂਦਾ ਹੈ। ਭਾਵੇਂ ਉਹ ਗੱਲ ਇੱਥੇ ਕੇਵਲ ਬ੍ਰਾਹਮਣ ਦੀ ਚੱਲ ਰਹੀ ਹੈ, ਪਰ ਅਸੀਂ ਵੀ ਕਈ ਵਾਰੀ ਦੇਖਦੇ ਹਾਂ, ਕਹਿੰਦੇ ਅਸੀਂ ਸਿੱਖ ਹਾਂ, ਸਾਡਾ ਸਿੱਖਾਂ ਦੇ ਘਰ ਵਿੱਚ ਜਨਮ ਹੋਇਆ। ਸਿੱਖੀ ਵਾਲੇ ਕਰਮ ਨਹੀਂ, ਪਰ ਗੁਮਾਨ ਹੈ ਸਿੱਖੀ ਵਾਲਾ, ਅਹੰਕਾਰ ਹੈ ਸਿੱਖੀ ਵਾਲਾ। ਸਾਡਾ ਸਿੱਖੀ ਦੇ ਜਨਮ ਹੋਇਆ ਹੈ, ਅਸੀਂ ਸਿੱਖ ਹਾਂ, ਅਸੀਂ ਸਿੱਖ ਹੁੰਦੇ ਹਾਂ, ਤੁਸੀਂ ਸਾਨੂੰ ਜਾਣਦੇ ਨਹੀਂ। ਇਹਦਾ ਅਰਥ ਉਹੀ ਗੁਮਾਨ, ਜਿਹੜੇ ਗੁਮਾਨ ਦੀ ਗੱਲ ਭਗਤ ਕਬੀਰ ਸਾਹਿਬ ਉਸ ਵੇਲੇ ਬ੍ਰਾਹਮਣ ਨੂੰ ਕਹਿੰਦੇ ਨੇ ਕਿ ਤੂੰ ਕਹਿੰਦਾ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਤੂੰ ਵੀ ਤਾਂ ਇਸ ਤਰ੍ਹਾਂ ਹੀ ਕਹਿ ਰਿਹਾ। ਅੱਜ ਕੱਲ੍ਹ ਸਾਡੇ ਉੱਤੇ ਵੀ ਢੁਕਦੀ ਹੈ ਨਾ ਵੀ ਮੈਂ ਸਿੱਖ ਹਾਂ। ਸਿੱਖ ਹੋਣਾ ਮਾਣ ਹੋਣਾ ਚਾਹੀਦਾ ਹੈ, ਪਰ ਸਿੱਖੀ ਕੋਲ ਹੋਵੇ ਤਾਂ। ਸਿੱਖੀ ਵੀ ਨਹੀਂ ਹੈ ਔਰ ਅਹੰਕਾਰ ਵੀ ਹੈ। ਅੱਜ ਕਿਤਨੇ ਐਸੇ ਲੋਕ ਨੇ ਜਿਹੜੇ ਇਸ ਗੱਲ ਦਾ ਗੁਮਾਨ ਕਰਦੇ ਨੇ ਕਿ ਮੇਰਾ ਦਾਦਾ ਜੀ ਗੁਰਦੁਆਰੇ ਦਾ ਪ੍ਰਧਾਨ ਹੁੰਦਾ ਸੀ, ਮੇਰੇ ਵੱਡਿਆਂ ਨੇ ਇਹ ਕੀਤਾ, ਅਸੀਂ ਦੇਖੋ ਜੀ ਅਫਗਾਨਿਸਤਾਨ 'ਤੇ ਰਾਜ ਕਾਇਮ ਕਰ ਲਿਆ। ਸਾਡਾ ਹਰੀ ਸਿੰਘ ਨਲਵਾ ਜਿਹੜਾ ਉਹ ਅਫਗਾਨਿਸਤਾਨ ਦੇ ਵਿੱਚ ਰਾਜ ਕਰ ਗਿਆ, ਦੁਨੀਆ 'ਚ ਕੋਈ ਨਹੀਂ ਕਰ ਸਕਿਆ। ਅੱਜ ਤੁਸੀਂ ਕੀ ਕਰ ਰਹੇ ਹੋ? ਉਸਨੇ ਤਾਂ ਕੀਤਾ, ਪਰ ਤੁਸੀਂ ਕੀ ਕੀਤਾ? ਤੁਸੀਂ ਕੇਵਲ ਇਸ ਗੱਲ ਦਾ ਹੀ ਗੁਮਾਨ ਲਈ ਫਿਰਦੇ ਹੋ ਵੀ ਹਰੀ ਸਿੰਘ ਨਲਵੇ ਨੇ ਇਹ ਕੀਤਾ, ਫਲਾਣੇ ਨੇ ਇਹ ਕੀਤਾ, ਉਸਨੇ ਇਹ ਕੀਤਾ, ਅਸੀਂ ਸਿੱਖ ਹਾਂ। ਹੰਕਾਰ ਤਾਂ ਉਹੀ ਹੈ ਨਾ। ਅਤੇ ਇਸ ਗੱਲ ਦਾ ਗੁਮਾਨ ਕਰਨਾ ਕਿ ਮੈਂ ਸਿੱਖ ਹਾਂ,
ਤੇ ਕਬੀਰ ਸਾਹਿਬ ਕਹਿੰਦੇ ਕੋਈ ਵੀ ਆਪਣੀ ਜਾਤ ਦਾ, ਆਪਣੇ ਧਰਮ ਦਾ, ਆਪਣੇ ਕਰਮਾਂ ਦਾ ਗੁਮਾਨ ਕਰਦਾ ਹੈ ਔਰ ਉਸ ਨਾਲ ਕਰਮਾਂ ਦੇ ਵਿੱਚ ਪਰਮੇਸ਼ਰ ਬ੍ਰਹਮ ਦੀ ਲੀਨਤਾ ਨਹੀਂ ਹੈ, ਤੇ ਉਹ ਮਨੁੱਖ ਆਪਣੇ ਮਨੁੱਖਾ ਜੀਵਨ ਨੂੰ ਗਵਾ ਰਿਹਾ ਹੈ, ਆਪਣੇ ਮਨੁੱਖਾ ਜੀਵਨ ਨੂੰ ਅਹੰਕਾਰ ਦੇ ਵਿੱਚ ਗਵਾ ਰਿਹਾ ਹੈ। ਬੜਾ ਸਪਸ਼ਟ ਮਕਸਦ ਹੈ ਕਿ ਇਹ ਗੱਲ ਕਹਿ ਕੇ ਅਸੀਂ ਜੱਟ ਹੁੰਦੇ ਹਾਂ, ਅਸੀਂ ਭਾਪੇ ਹੁੰਦੇ ਹਾਂ, ਅਸੀਂ ਫਲਾਣੇ ਹੁੰਦੇ ਹਾਂ, ਅਸੀਂ ਨਹੀਂ ਕਰ ਰਹੇ ਇੱਦਾਂ। ਅਸੀਂ ਬਣਜਾਰੇ ਹੁੰਦੇ ਹਾਂ, ਅਸੀਂ ਲੁਬਾਣੇ ਹੁੰਦੇ ਹਾਂ, ਅਸੀਂ ਗਵਾ ਰਹੇ ਹਾਂ ਆਪਣੇ ਮਨੁੱਖਾ ਜੀਵਨ ਨੂੰ। ਆਪਣੀ ਬਰਾਦਰੀ ਦੀ ਗੱਲ ਕਰਕੇ, ਆਪਣੀ ਜਾਤ ਦੀ ਗੱਲ ਕਰਕੇ, ਆਪਣੀ ਕੁਲ ਦੀ ਗੱਲ ਕਰਕੇ ਜੇ ਕਬੀਰ ਸਾਹਿਬ ਇੱਕ ਤੰਜ ਖਿੱਚਦੇ ਨੇ ਉਸ ਵੇਲੇ ਉਹਨਾਂ ਵਿਦਵਾਨ ਲੋਕਾਂ 'ਤੇ, ਜੋ ਕਿ ਉਸ ਵੇਲੇ ਧਰਮ ਦੀ ਅਗਵਾਈ ਕਰਦੇ ਲੋਕਾਂ ਨੂੰ ਧਰਮ ਦਾ ਗਿਆਨ ਦਿੰਦੇ ਨੇ, ਪ੍ਰਚਾਰ ਕਰਦੇ ਨੇ, ਉਹਨਾਂ ਨੂੰ ਪੁੱਛਦੇ ਨੇ ਤੁਸੀਂ ਬ੍ਰਾਹਮਣ ਕਦੋਂ ਦੇ ਹੋ ਗਏ? ਤੇ ਜੇ ਬ੍ਰਾਹਮਣ ਨਹੀਂ ਹੋਏ ਤੇ ਬ੍ਰਾਹਮਣ ਕਹਿ ਕੇ ਆਪਣਾ ਮਨੁੱਖਾ ਜਨਮ ਅਹੰਕਾਰ ਦੇ ਵਿੱਚ ਨਾ ਗਵਾਓ। ਫਿਰ ਅੱਗੇ ਸਮਝਾ ਰਹੇ ਨੇ, ਕਹਿਣ ਲੱਗੇ ਗਰਭ ਵਾਸ ਮਹਿ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਬ੍ਰਹਮ ਬਿੰਦ ਤੇ ਸਭ ਉਤਪਾਤੀ, ਸਾਰੇ ਜੀਵਾਂ ਦੀ ਜਿਹੜੀ ਉਤਪੱਤੀ ਹੈ ਨਾ ਪਰਮਾਤਮਾ ਦੀ ਅੰਸ਼ ਤੋਂ ਹੋ ਰਹੀ ਹੈ। ਬਿੰਦ ਕਹਿੰਦੇ ਨੇ ਅੰਸ਼ ਨੂੰ। ਕਹੋ ਕਬੀਰ ਹਮ ਰਾਮ ਕੀ ਅੰਸ਼। ਕਬੀਰ ਸਾਹਿਬ ਨੇ ਇਹ ਗੱਲ ਕਈ ਵਾਰੀ ਆਪਣੀ ਬਾਣੀ ਵਿੱਚ ਦੁਹਰਾਈ ਕਿ ਅਸੀਂ ਪਰਮਾਤਮਾ ਦੀ ਅੰਸ਼ ਹਾਂ। ਮੰਨ ਲਓ ਕਿ ਇਹ ਲੋਥ ਤਿਆਰ ਵੀ ਹੋ ਜਾਂਦੀ, ਇਹ ਮਾਸ ਹੱਡ ਚੰਮ ਦਾ ਪੁਤਲਾ ਤਿਆਰ ਵੀ ਹੋ ਜਾਂਦਾ, ਜੇ ਪਰਮਾਤਮਾ ਆਪਣੀ ਅੰਸ਼ ਆਪਣੀ ਜੋਤ ਨਾ ਟਿਕਾਉਂਦਾ, ਕਿ ਇਸ ਦੀ ਕੋਈ ਹਸਤੀ ਸੀ? ਕਿ ਅਸੀਂ ਸੰਸਾਰ ਦੇ ਵਿੱਚ ਹੋਂਦ ਰੱਖਦੇ? ਸਾਡੀ ਹੋਂਦ ਕਿਸ ਕਰਕੇ ਹੈ? ਉਹਦੀ ਅੰਸ਼ ਕਰਕੇ। ਕੀ ਕਹਿ ਰਹੇ ਨੇ ਕਬੀਰ ਸਾਹਿਬ? ਕਹਿੰਦੇ ਨੇ ਬ੍ਰਹਮ ਬਿੰਦ ਤੇ ਸਭ ਉਤਪਾਤੀ, ਪਾਓ ਕਿ ਸਾਰੇ ਜੀਵਾਂ ਦੀ ਜੋ ਉਤਪੱਤੀ ਹੈ ਪਰਮਾਤਮਾ ਦੀ ਬਿੰਦ ਤੋਂ, ਪਰਮਾਤਮਾ ਦੀ ਅੰਸ਼ ਤੋਂ ਹੋ ਰਹੀ ਹੈ। ਪਾਓ ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ ਸਾਰਿਆਂ ਦਾ। ਔਰ ਕਹਿ ਰਹੇ ਨੇ ਕਿ ਗਰਭ ਵਾਸ ਮੈਂ ਕੁਲ ਨਹੀਂ ਜਾਤੀ। ਮਾਂ ਦੇ ਪੇਟ ਵਿੱਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਨਾ ਕਿ ਮੈਂ ਕਿਸ ਕੁਲ ਨਾਲ ਸੰਬੰਧ ਰੱਖਦਾ ਹਾਂ, ਮੈਂ ਕਿਸ ਕੁਲ ਦਾ ਹਾਂ। ਕਿਸੇ ਬੱਚੇ ਨੂੰ ਇਹ ਗੱਲ ਸਮਝ ਥੋੜ੍ਹੀ ਹੁੰਦੀ ਹੈ ਕਿ ਮੈਂ ਕਿਹੜੀ ਕੁਲ ਦਾ ਹਾਂ। ਮਾਤਾ ਦੇ ਗਰਭ ਦੇ ਵਿੱਚ ਬੱਚੇ ਦੀ ਕੋਈ ਕੁਲ ਨਹੀਂ ਹੁੰਦੀ, ਉਹ ਕਿਸੇ ਕੁਲ ਦਾ ਨਹੀਂ ਹੁੰਦਾ, ਕਿਸੇ ਪਰਿਵਾਰ ਦਾ ਨਹੀਂ ਹੁੰਦਾ। ਹਾਂ, ਜਦੋਂ ਉਹ ਜਨਮ ਲੈ ਲੈਂਦਾ ਉਸ ਤੋਂ ਬਾਅਦ ਜਿੱਥੇ ਉਹ ਜਨਮ ਲੈਂਦਾ ਹੈ ਉਸ ਨੂੰ ਦੱਸਿਆ ਜਾਂਦਾ ਹੈ ਕਿ ਸਾਡੀ ਕੁਲ ਇਹ ਹੈ। ਨਾ ਦੱਸਿਆ ਜਾਏ ਤੇ ਕੋਈ ਦੱਸ ਨਹੀਂ ਸਕਦਾ ਕਿ ਮੈਂ ਕਿਹੜੀ ਕੁਲ ਵਿੱਚ ਹਾਂ। ਔਰ ਕਈ ਵਾਰੀ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਜਨਮ ਦੇਣ ਵੇਲੇ ਹੀ ਮਰ ਜਾਂਦੇ ਨੇ, ਕੋਈ ਐਸੀ ਘਟਨਾ ਵਾਪਰ ਜਾਏ ਤੇ ਉਹ ਬੱਚਾ ਜਦੋਂ ਪਲ ਕੇ ਵੱਡਾ ਹੁੰਦਾ ਹੈ ਤੇ ਉਸ ਨੂੰ ਪਤਾ ਨਹੀਂ ਹੁੰਦਾ ਕਿ ਮੈਂ ਕਿਹੜੇ ਘਰ ਵਿੱਚੋਂ ਜਨਮ ਲਿਆ। ਮੇਰਾ ਜਨਮ ਬ੍ਰਾਹਮਣ ਦੇ ਘਰ ਹੋਇਆ, ਖੱਤਰੀ ਦੇ ਘਰ ਹੋਇਆ, ਵੈਸ਼ ਦੇ ਘਰ ਹੋਇਆ, ਸ਼ੂਦਰ ਦੇ ਘਰ ਹੋਇਆ, ਉਸ ਨੂੰ ਕੁਛ ਨਹੀਂ ਪਤਾ ਹੁੰਦਾ। ਕਿਉਂਕਿ ਮਾਂ ਦੇ ਪੇਟ ਵਿੱਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਨਾ ਮੈਂ ਕਿਸ ਕੁਲ ਦਾ ਹਾਂ। ਪਰ ਇੱਥੇ ਆ ਕੇ ਅਸੀਂ ਰੌਲਾ ਪਾਉਂਦੇ ਹਾਂ ਕਿ ਮੇਰਾ ਜਨਮ ਬ੍ਰਾਹਮਣ ਘਰ ਵਿੱਚ ਹੋਇਆ, ਮੈਂ ਖੱਤਰੀ ਹੁੰਦਾ, ਮੇਰੀ ਉੱਚੀ ਕੁਲ ਹੈ, ਮੇਰੀ ਉੱਚੀ ਜਾਤ ਹੈ। ਕਬੀਰ ਸਾਹਿਬ ਕਹਿੰਦੇ ਨੇ ਗਰਭ ਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿਨ ਤੇ ਸਭ ਉਤਪਾਤੀ। ਤੇ ਇਸ ਕਰਕੇ ਗੱਲ ਸਮਝ ਲੈਣੀ ਚਾਹੀਦੀ ਕਿ ਸਾਡੀ ਜਿਹੜੀ ਉਤਪੱਤੀ ਹੈ ਉਹ ਪਰਮਾਤਮਾ ਤੋਂ ਹੋਈ ਹੈ। ਅਸੀਂ ਪਰਮਾਤਮਾ ਦੀ ਅੰਸ਼ ਹਾਂ ਸਾਰੇ। ਫਿਰ ਕਹਿਣ ਲੱਗੇ ਭਗਤ ਕਬੀਰ ਸਾਹਿਬ, ਕਹਿੰਦੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਆਖਣ ਲਗੇ ਜੇ ਹੈ ਪੰਡਤ ਤੂੰ ਸੱਚਮੁੱਚ ਬ੍ਰਾਹਮਣ ਹੈ ਔਰ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈ, ਤੂੰ ਕਹਿੰਦਾ
ਕਹਿੰਦੇ ਮੈਂ ਬ੍ਰਾਹਮਣੀ ਤੋਂ ਜਨਮ ਲਿਆ ਹੈ, ਮੇਰੀ ਮਾਂ ਬ੍ਰਾਹਮਣੀ ਹੈ, ਮੇਰਾ ਪਿਤਾ ਬ੍ਰਾਹਮਣ ਹੈ। ਤਾਂ ਇੱਕ ਗੱਲ ਦੱਸ, ਤੋ ਆਨ ਬਾਟ ਕਾਹੇ ਨਹੀਂ ਆਇਆ, ਤਾਂ ਕਿਸੇ ਹੋਰ ਰਾਹ ਕਿਉਂ ਨਹੀਂ ਜੰਪਿਆ? ਜਿਸ ਤਰ੍ਹਾਂ ਇੱਕ ਸੂਦਰ ਦਾ ਜਨਮ ਹੋ ਰਿਹਾ, ਭਗਤ ਕਬੀਰ ਸਾਹਿਬ ਕਹਿ ਰਹੇ ਨੇ, ਇਸ ਤਰ੍ਹਾਂ ਹੀ ਜਨਮ ਤੇਰਾ ਹੋਇਆ ਹੈ। ਤੂੰ ਕਿਸੇ ਹੋਰ ਤਰੀਕੇ ਨਾਲ ਆਉਂਦਾ ਤਾਂ ਅਸੀਂ ਸਮਝਦੇ ਤੂੰ ਬ੍ਰਾਹਮਣ ਹੈ। ਤੇਰਾ ਸੰਸਾਰ ਦੇ ਵਿੱਚ ਆਉਣ ਦਾ, ਜੰਮਣ ਦਾ ਤਰੀਕਾ ਕੋਈ ਹੋਰ ਹੁੰਦਾ ਤੇ ਕਬੀਰ ਸਾਹਿਬ ਕਹਿੰਦੇ ਨੇ ਅਸੀਂ ਇਸ ਗੱਲ ਨੂੰ ਪ੍ਰਵਾਨ ਕਰ ਲੈਂਦੇ। ਪਰ ਤੂੰ ਵੀ ਤਾਂ ਉਸ ਰਸਤੇ ਦੇ ਉੱਤੇ ਹੀ ਆਇਆ ਜਿਸ ਰਸਤੇ 'ਤੇ ਸਾਡਾ ਜਨਮ ਹੋਇਆ ਔਰ ਸਾਡਾ ਸਾਰਿਆਂ ਦਾ ਜਨਮ ਹੋ ਰਿਹਾ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਇਸ ਕਬੀਰ ਸਾਹਿਬ ਇਸ ਗੱਲ ਦੇ ਉੱਤੇ ਕਿਉਂ ਜ਼ੋਰ ਦੇ ਰਹੇ ਨੇ? ਕਿਉਂਕਿ ਕਿਸੇ ਨੂੰ ਸੂਦਰ ਕਹਿ ਕੇ ਦੁਰਕਾਰਿਆ ਜਾ ਰਿਹਾ ਸੀ। ਇਸ ਵੇਲੇ ਕਿਸੇ ਨੂੰ ਨੀਵੀਂ ਯਾਦ ਕਰਕੇ ਨੇੜੇ ਨਹੀਂ ਸੀ ਆਉਣ ਦਿੱਤਾ ਜਾਂਦਾ। ਕਿਸੇ ਨੂੰ ਖੂਹ 'ਤੇ ਪਾਣੀ ਭਰਨ ਦਾ ਅਧਿਕਾਰ ਨਹੀਂ, ਕਿਸੇ ਨੂੰ ਗੰਗਾ ਵਿੱਚ ਇਸ਼ਨਾਨ ਕਰਨ ਦਾ ਅਧਿਕਾਰ ਨਹੀਂ, ਕਿਸੇ ਨੂੰ ਧਾਰਮਿਕ ਕਰਮ ਕਰਨ ਦਾ ਅਧਿਕਾਰ ਨਹੀਂ। ਕਬੀਰ ਸਾਹਿਬ ਇੱਕ ਤੰਜ ਖਿੱਚ ਰਹੇ ਨੇ, ਹੇ ਪੰਡਤ ਦੱਸ, ਹੇ ਬ੍ਰਾਹਮਣ ਦੱਸ, ਜੇ ਤੂੰ ਕਹਿੰਦਾ ਹੈ ਕਿ ਮੈਂ ਬ੍ਰਾਹਮਣ ਹਾਂ ਔਰ ਬ੍ਰਾਹਮਣੀ ਦੇ ਪੇਟੋਂ ਮੇਰਾ ਜਨਮ ਹੋਇਆ, ਤਾਂ ਇੱਕ ਗੱਲ ਦੱਸ, ਤੇਰੇ ਵੀ ਸੰਸਾਰ ਦੇ ਵਿੱਚ ਆਉਣ ਦਾ ਤਰੀਕਾ ਉਹੀ ਹੈ ਜਿਸ ਤਰੀਕੇ ਦੇ ਨਾਲ, ਜਿਸ ਰਸਤੇ ਰਾਹੀਂ ਅਸੀਂ ਜੰਮੇ ਹਾਂ। ਹੋਰ ਕਿਸੇ ਰਸਤੇ ਤੋਂ ਕਿਉਂ ਨਹੀਂ ਜੰਮਿਆ? ਇਹ ਤੂੰ ਬ੍ਰਾਹਮਣ ਹੈ ਤਾਂ। ਫਿਰ ਕਹਿਣ ਲੱਗੇ, ਤੁਮ ਕਤ ਬ੍ਰਾਹਮਣ ਹਮ ਕਤ ਸੂਦ। ਹੇ ਪੰਡਤ, ਤੁਸੀਂ ਕਿਵੇਂ ਬ੍ਰਾਹਮਣ ਬਣ ਗਏ? ਤੁਸੀਂ ਕਿਵੇਂ ਬ੍ਰਾਹਮਣ ਬਣ ਗਏ? ਹਮ ਕਦ ਸੂਦ, ਤੇ ਅਸੀਂ ਕਿਵੇਂ ਸੂਦਰ ਰਹਿ ਗਏ? ਇਹ ਗੱਲ ਦੱਸ। ਜੇ ਤੁਸੀਂ ਬ੍ਰਾਹਮਣ ਬਣ ਗਏ, ਤੁਸੀਂ ਵੀ ਉੱਦਾਂ ਹੀ ਜਨਮ ਲੈ ਕੇ ਆਏ, ਅਸੀਂ ਵੀ ਉੱਦਾਂ ਹੀ ਜਨਮ ਲੈ ਕੇ ਆਏ। ਤੁਸੀਂ ਬ੍ਰਾਹਮਣ ਹੋ ਗਏ ਤੇ ਅਸੀਂ ਸੂਦਰ ਰਹਿ ਗਏ। ਕਮਾਲ ਦੀ ਗੱਲ ਹੈ ਨਾ, ਵੀ ਜੰਮਣ ਦਾ ਤਰੀਕਾ ਇੱਕੋ ਜਿਹਾ, ਸੰਸਾਰ ਵਿੱਚ ਆਉਣ ਦਾ ਤਰੀਕਾ ਇੱਕੋ ਜਿਹਾ, ਤੇ ਤੁਸੀਂ ਕਦੋਂ ਦੇ ਬ੍ਰਾਹਮਣ ਬਣ ਗਏ? ਤੁਸੀਂ ਕਿਵੇਂ ਬ੍ਰਾਹਮਣ ਬਣ ਗਏ? ਤੁਸੀਂ ਵੀ ਤਾਂ ਅਸੀਂ ਗੰਦ ਮੰਦ ਵਿੱਚੋਂ ਭਲੇ ਹੋ ਔਰ ਤੁਹਾਡੇ ਵੀ ਸੰਸਾਰ ਵਿੱਚ ਪ੍ਰਗਟ ਹੋਣ ਦਾ ਤਰੀਕਾ ਉਹੀ ਹੈ, ਤੇ ਤੁਸੀਂ ਬ੍ਰਾਹਮਣ ਕਿਵੇਂ ਬਣ ਗਏ ਤੇ ਅਸੀਂ ਸੂਦਰ ਕਿਵੇਂ ਰਹਿ ਗਏ? ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਦ ਦੂਧ। ਤੇ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਨੇ ਸਾਡੇ ਸਰੀਰ ਵਿੱਚ ਕਿਵੇਂ ਨਿਰਾ ਲਹੂ ਹੀ ਹੈ ਤੇ ਤੁਹਾਡੇ ਸਰੀਰ ਵਿੱਚ ਕਿਵੇਂ ਲਹੂ ਦੀ ਥਾਂ ਦੁੱਧ ਹੈ? ਆਓ, ਜੇ ਸਾਡੇ ਸਰੀਰ 'ਚ ਖੂਨ ਦੌੜ ਰਿਹਾ ਹੈ ਤੇ ਤੁਹਾਡੇ ਵਿੱਚ ਵੀ ਤਾਂ ਖੂਨ ਦੌੜ ਰਿਹਾ, ਦੁੱਧ 'ਤੇ ਨਹੀਂ ਦੌੜ ਰਿਹਾ ਨਾ। ਉੱਥੇ ਤੁਹਾਡੀ ਨਾੜੀਆਂ ਵਿੱਚ ਦੁੱਧ 'ਤੇ ਨਹੀਂ ਨਾ ਚੱਲ ਰਿਹਾ। ਅਸੀਂ ਬ੍ਰਾਹਮਣ ਮੰਨ ਲੈਂਦੇ ਵੀ ਤੁਹਾਡੀ ਨਾੜੀਆਂ ਪਰਮਾਤਮਾ ਨੇ ਦੁੱਧ ਦੌੜਾਇਆ ਹੁੰਦਾ ਤੇ ਸਾਡੀ ਨਾੜੀਆਂ 'ਚ ਲਹੂ ਚੱਲਦਾ, ਫਿਰ ਗੱਲ ਮੰਨ ਲੈਂਦੇ। ਅਸੀਂ ਸਮਝ ਲੈਂਦੇ ਵੀ ਸਾਡਾ ਤਨ ਗੰਦ ਮੰਦ ਨਾਲ ਭਰਿਆ ਹੋਇਆ, ਤੁਹਾਡਾ ਨਹੀਂ ਹੈ। ਕਿਉਂਕਿ ਭਗਤ ਰਵਿਦਾਸ ਜੀ ਦਾ ਵੀ ਇੱਕ ਸ਼ਬਦ ਹੈ ਕਿ ਜਲ ਕੀ ਪੀਤ ਪਵਨ ਕਾ ਥੰਬਾ, ਰਗਤ ਬੂੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ। ਇਹ ਸਾਰਿਆਂ ਦਾ ਪਿੰਜਰਾ ਤਾਂ ਇੱਕੋ ਜਿਹਾ ਹੈ। ਸਾਰਿਆਂ ਦੇ ਵਿੱਚੋਂ ਇੱਕੋ ਜਿਹਾ ਮਿੱਝ ਹੈ, ਇੱਕੋ ਜਿਹਾ ਲਹੂ ਦੌੜ ਰਿਹਾ ਹੈ, ਸਾਰਾ ਸਰੀਰ ਗੰਦਮੰਦ ਨਾਲ ਇੱਕੋ ਜਿਹਾ ਭਰਿਆ ਹੋਇਆ। ਤੇ ਤੁਸੀਂ ਕਿਵੇਂ ਬ੍ਰਾਹਮਣ ਹੋ ਗਏ, ਅਸੀਂ ਕਿਵੇਂ ਸੂਦਰ ਰਹਿ ਗਏ? ਤੇ ਸਾਡੇ ਸਰੀਰ ਵਿੱਚ ਕਿਵੇਂ ਨਿਰਾ ਲਹੂ ਦੌੜ ਰਿਹਾ ਹੈ ਤੇ ਤੁਹਾਡੇ ਸਰੀਰ ਵਿੱਚ ਕਿਵੇਂ ਲਹੂ ਦੀ ਥਾਂ ਦੁੱਧ ਹੈ? ਸੱਜਣਾ, ਭਗਤ ਕਬੀਰ ਸਾਹਿਬ ਦੇ ਇਹਨਾਂ ਵਚਨਾਂ ਦੇ ਅੱਗੇ ਬ੍ਰਾਹਮਣ ਜੀ ਕੋਲ ਕੋਈ ਜਵਾਬ ਨਹੀਂ ਹੋਏਗਾ। ਉਸ ਵੇਲੇ ਕੋਈ ਜਵਾਬ ਨਹੀਂ ਹੋਏਗਾ ਉਹਨਾਂ ਕੋਲ। ਜਿਹੜੇ ਵਚਨ ਇੱਥੇ ਕਬੀਰ ਸਾਹਿਬ ਕਰ ਰਹੇ ਹਨ, ਕਿਉਂਕਿ ਇਹ ਸੱਤ ਹੈ ਕਿ ਲਹੂ ਤੋਂ ਬਿਨਾਂ ਇਹ ਤਨ ਚੱਲ ਨਹੀਂ ਸਕਦਾ। ਲਹੂ ਚਾਹੀਦਾ ਸਰੀਰ ਨੂੰ ਚਲਾਉਣ ਵਾਸਤੇ, ਖੂਨ ਚਾਹੀਦਾ। ਇਸ ਸਰੀਰ ਦੇ ਵਿੱਚ ਦੁੱਧ ਨਹੀਂ ਦੌੜੇਗਾ ਨਾੜੀਆਂ ਵਿੱਚ, ਚਾਹੇ ਭਾਵੇਂ ਉਹ ਪੰਡਤ ਹੋਵੇ, ਭਾਵੇਂ ਕੋਈ ਸੂਦਰ ਅਖਵਾਵੇ, ਪਰ ਉਹਦੀ ਨਾੜੀਆਂ ਦੇ ਵਿੱਚ ਲਹੂ ਹੀ ਦੌੜੇਗਾ। ਵੀ ਤੁਸੀਂ ਪੰਡਤ ਹੋ ਤੇ ਤੁਹਾਡੀ ਨਾੜੀਆਂ 'ਚ ਖੂਨ ਚੱਲਦਾ ਤੇ ਸਾਡੀ ਲਹੂ ਚੱਲਦਾ। ਇੱਕ ਤਰਕ ਖਿੱਚਿਆ ਕਬੀਰ ਸਾਹਿਬ ਜੀ ਨੇ। ਭਾਉ ਕਿ ਤੁਸੀਂ ਬ੍ਰਾਹਮਣ ਹੋ ਤਾਂ ਸਾਡੇ ਨਾਲ ਥੋੜ੍ਹੇ ਵੱਖਰੇ ਤਾਂ ਹੁੰਦੇ ਨਾ।
ਤੁਹਾਡੇ ਸਰੀਰ ਵਿੱਚ ਦੁੱਧ ਚੱਲਦਾ ਹੁੰਦਾ, ਤੁਹਾਡਾ ਸਰੀਰ ਵੱਖਰਾ ਹੁੰਦਾ, ਤੁਹਾਡਾ ਸੰਸਾਰ ਵਿੱਚ ਆਉਣ ਦਾ ਤਰੀਕਾ ਵੱਖਰਾ ਹੁੰਦਾ, ਸਾਡੇ ਜੰਮਣ ਦਾ ਤਰੀਕਾ ਵੱਖਰਾ ਹੁੰਦਾ। ਕਿਉਂਕਿ ਪੰਡਤ ਇਹ ਕਹਿੰਦਾ ਰਿਹਾ ਨਾ ਕਿ ਮੇਰਾ ਜਨਮ ਬ੍ਰਹਮਾ ਦੇ ਮੁਖ ਤੋਂ ਹੋਇਆ। ਗੱਲ ਨੂੰ ਥੋੜ੍ਹਾ ਧਿਆਨ ਦਿਓ ਇਸ ਗੱਲ। ਪੰਡਤ ਕਹਿੰਦਾ ਰਿਹਾ ਮੇਰਾ ਜਨਮ ਬ੍ਰਹਮਾ ਦੇ ਮੁਖ ਤੋਂ ਹੋਇਆ, ਤੁਸੀਂ ਜੋ ਪੈਰਾਂ 'ਤੇ ਜੰਮੇ ਹੋ। ਪਰ ਸੱਚ ਇਹ ਹੈ ਕਿ ਕਿਸੇ ਬ੍ਰਾਹਮਣ ਦਾ ਜਨਮ ਮਾਂ ਤੋਂ ਬਿਨਾਂ ਵੀ ਹੋਇਆ ਕਿ ਸਾਰੇ ਹੀ ਮਾਂ ਦੇ ਗਰਭ ਤੋਂ ਆਏ ਨੇ। ਸਭ ਦਾ ਜੰਮਣ ਦਾ ਤਰੀਕਾ ਇੱਕ ਹੈ, ਸਭ ਦਾ ਪਲਣ ਦਾ ਤਰੀਕਾ ਇੱਕ ਹੈ। ਮਾਤਾ ਦੇ ਗਰਭ ਦੇ ਵਿੱਚ ਕਿਸੇ ਬੱਚੇ ਦੀ ਕੋਈ ਕੁੱਲ ਨਹੀਂ ਹੁੰਦੀ। ਇੱਕ ਗੱਲ ਬੜੀ ਤਰਕ ਨਾਲ ਕਬੀਰ ਸਾਹਿਬ ਖਰੀ ਕਰ ਰਹੇ ਨੇ ਵੀ ਕਿਸੇ ਭੁਲੇਖੇ ਵਿੱਚ ਹੋ। ਤੇ ਕਬੀਰ ਸਾਹਿਬ ਨੇ ਇਹ ਤੰਜ ਦੇ ਵਿੱਚ ਕਿਹਾ, ਕਹਿੰਦੇ ਦੇਖੋ ਸਾਡੇ ਵਿੱਚ ਨੀਰਾ ਲਹੂ ਦੌੜਦਾ ਤੇ ਤੁਹਾਡੇ ਵਿੱਚ ਕੀ ਲਹੂ ਦੀ ਥਾਂ ਤੇ ਦੁੱਧ ਹੈ। ਫਿਰ ਕਹਿਣ ਲੱਗੇ ਕਹੋ ਕਬੀਰ ਜੋ ਬ੍ਰਹਮ ਵਿਚਾਰੈ। ਕਬੀਰ ਸਾਹਿਬ ਇਹ ਤਰਕ ਕਰਕੇ ਗੱਲ ਨੂੰ ਸਮਾਪਤ ਕਰ ਰਹੇ ਹਨ। हे कबीर आख जो ब्रह्म विचारै सो ब्राह्मण कहियत है हमारा। जो परमात्मा पाओ ब्रह्म नूं सिमरदा है, विचारदा है, चेते करदा है। जिहदा ब्रह्म नूं चेते करदा है, ब्रह्म नूं सिमरदा है, सो दा अर्थ है ओह मनुख, सो ब्राह्मण, सो ਦਾ ਅਰਥ ਉਸ ਮਨੁੱਖ ਨੂੰ ਬ੍ਰਾਹਮਣ ਕਹੀਅਤ ਹਮਾਰਾ। ਬ੍ਰਾਹਮਣ ਸੱਦਦੇ ਹਾਂ ਅਸੀਂ। ਕਬੀਰ ਸਾਹਿਬ ਕਹਿਣ ਲੱਗੇ ਅਸੀਂ ਉਸ ਨੂੰ ਬ੍ਰਾਹਮਣ ਸੱਦਦੇ ਹਾਂ ਜੋ ਬ੍ਰਹਮ ਨੂੰ ਚੇਤੇ ਕਰਦਾ ਹੈ, ਜਿਹੜਾ ਬ੍ਰਹਮ ਦੇ ਨਾਲ ਜੁੜ ਗਿਆ ਹੈ। ਅਸੀਂ ਉਸ ਨੂੰ ਬ੍ਰਾਹਮਣ ਨਹੀਂ ਸਮਝਦੇ ਜਿਹੜਾ ਕਿ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੋਵੇ, ਜਿਹੜਾ ਜਨਮ ਵਰਨ ਵਰਣ ਦੇ ਅਨੁਸਾਰ ਬ੍ਰਾਹਮਣ ਦੇ ਘਰ ਵਿੱਚ ਹੋਇਆ ਹੋਵੇ। ਕਬੀਰ ਸਾਹਿਬ ਕਹਿੰਦੇ ਮੈਂ ਉਹਨਾਂ ਨੂੰ ਬ੍ਰਾਹਮਣ ਮੰਨਦਾ ਹਾਂ ਜਿਹੜੇ ਬ੍ਰਹਮ ਨੂੰ ਵਿਚਾਰਦੇ ਹਨ, ਬ੍ਰਹਮ ਨੂੰ ਸਿਮਰਦੇ ਹਨ, ਉਹੀ ਬ੍ਰਾਹਮਣ ਹੈ। ਇਹ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਖਸਮ ਵਿਸਾਰੈ ਤੇ ਕਮ ਜਾਤ, ਨਾਨਕ ਨਾਮੈ ਬਾਜ ਸਨਾਤ। ਜਿਨ੍ਹਾਂ ਨੇ ਖਸਮ ਨੂੰ ਭੁਲਾ ਦਿੱਤਾ ਸਭ ਤੋਂ ਨੀਵੀਂ ਜਾਤ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਭਾਈ ਜਾਤ ਦਾ ਹੰਕਾਰ ਨਾ ਕੋਈ ਕਰਿਓ, ਕੋਈ ਸਿੱਖ ਹੋਣ ਦਾ ਮਾਣ ਕਰੇ ਜਾਤ ਦਾ। ਫਿਰ ਜੋ ਸਿੱਖਾਂ ਦੇ ਵਿੱਚ ਵੀ ਮੈਂ ਜੱਟ, ਮੈਂ ਭਾਪਾ, ਮੈਂ ਫਲਾਣਾ, ਮੈਂ ਟਿਮਕਾ, ਇਸ ਗੱਲ ਦਾ ਹੰਕਾਰ ਨਾ ਕਰਿਓ। ਜਿਹੜਾ ਬ੍ਰਹਮ ਨੂੰ ਵਿਚਾਰੇਗਾ ਉਹੀ ਅਸਲ ਵਿੱਚ ਉੱਚੀ ਜਾਤ ਦਾ ਹੈ। ਉੱਚੀ ਜਾਤ ਇਸ ਕਰਕੇ ਨਹੀਂ ਸਾਡਾ ਜਨਮ ਕਿੱਥੇ ਹੋ ਰਿਹਾ, ਕਿਸ ਘਰ ਵਿੱਚ ਹੋ ਰਿਹਾ, ਤੁਹਾਡੇ ਕਰਮ ਕਿੱਦਾਂ ਦੇ ਨੇ, ਇਸ ਕਰਕੇ ਤੁਸੀਂ ਉੱਚੇ ਹੋ ਸਕਦੇ ਹੋ, ਮਹਾਨ ਹੋ ਸਕਦੇ ਹੋ। ਅੱਜ ਦੇ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਜੋ ਮਨੁੱਖ ਉੱਚੀ ਜਾਤ ਦਾ ਮਾਣ ਕਰਦੇ ਹਨ, ਅਹੰਕਾਰ ਕਰਦੇ ਹਨ, ਉਹ ਮਨੁੱਖਾ ਜਨਮ ਅਜਾਈ ਗਵਾਉਂਦੇ ਹਨ। ਗੱਲ ਸਪਸ਼ਟ ਹੋ ਗਈ ਕਿ ਸਾਨੂੰ ਇਹ ਜਾਤ, ਇਹ ਕੁਲ, ਇਹ ਪਾਸੇ ਰੱਖ ਦੇਣੀਆਂ ਚਾਹੀਦੀਆਂ, ਨਹੀਂ ਤਾਂ ਅਸੀਂ ਆਪਣਾ ਮਨੁੱਖਾ ਜੀਵਨ ਅਜਾਈ ਗਵਾ ਰਹੇ ਹਾਂ। ਸਾਰੇ ਜੀਵ ਪਰਮਾਤਮਾ ਦੀ ਅੰਸ਼ ਨੇ, ਇਹ ਸਾਨੂੰ ਅਨੁਭਵ ਕਰਨਾ ਚਾਹੀਦਾ। ਕਿਉਂਕਿ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਣ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੈ, ਨਾ ਕਛ ਪੋਚ ਕੁਮਾਰੈ। ਇੱਕੋ ਮਿੱਟੀ ਦੇ ਸਾਡਾ ਸਾਰਿਆਂ ਦਾ ਜਨਮ ਹੋਇਆ, ਸਾਰਿਆਂ ਦਾ ਜੰਮਣ ਦਾ ਤਰੀਕਾ ਇੱਕੋ ਜਿਹਾ। ਅਸੀਂ ਸਾਰੇ ਪਰਮਾਤਮਾ ਦੀ ਅੰਸ਼ ਹਾਂ। ਉੱਚਾ ਉਹੀ ਹੈ ਜੋ ਪ੍ਰਭੂ ਦੀ ਬੰਦਗੀ ਕਰਦਾ ਹੈ। ਕਬੀਰ ਸਾਹਿਬ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਹਨ। ਐਵੇਂ ਕਿਸੇ ਘਰ ਦੇ ਵਿੱਚ ਜਨਮ ਲੈ ਕਰਕੇ ਮਤ ਕਹੋ ਕਿ ਮੇਰਾ ਉੱਚੇ ਘਰ ਵਿੱਚ ਜਨਮ ਹੋਇਆ, ਕਿ ਮੈਂ ਬਹੁਤ ਮਹਾਨ ਹਾਂ, ਮੇਰਾ ਧਰਮ ਉੱਚਾ ਹੈ, ਮੇਰੀ ਜਾਤ ਉੱਚੀ ਹੈ। ਇਸ ਗੱਲ ਦਾ ਹੰਕਾਰ ਪਾਸੇ ਰੱਖ ਦੇਣਾ ਚਾਹੀਦਾ। ਇਹ ਗੱਲ ਕਹਿਣੀ ਕਈ ਵਾਰੀ ਕਹਿੰਦੇ ਅਸੀਂ ਮੇਰਾ ਸਿੱਖਾਂ ਦੇ ਘਰ ਜਨਮ ਹੋਇਆ, ਪਰ ਗੁਸਤਾਖੀ ਮਾਫ, ਸਿੱਖਾਂ ਦੇ ਘਰ ਜਨਮ ਹੋਇਆ, ਸਿਰ 'ਤੇ ਦਸਤਾਰ ਨਹੀਂ, ਕੇਸ ਨਹੀਂ, ਔਰ ਕਈ ਜਾਣਾ ਸਿੱਖਾਂ ਦੇ ਘਰ ਵਿੱਚ ਜਨਮ ਹੋਇਆ। ਸਿੱਖੀ ਤਾਂ ਭਾਈ ਤੇਰੇ ਕੋਲ ਹੈ ਨਹੀਂ ਹੈ। ਇਹ ਅਹੰਕਾਰ ਕਰਨਾ, ਸਿੱਖ ਹੁੰਦੇ ਹਾਂ ਅਸੀਂ
ਤੇ ਸ਼ਰਾਬ ਦੀ ਬੋਤਲ ਹੱਥ ਵਿੱਚ ਫੜ ਕੇ ਔਰ ਗਲਤ ਕੰਮ ਕਰਨੇ, ਗਾਲਾਂ ਕੱਢਣੀਆਂ। ਕੀ ਸਿੱਖ ਧਰਮ ਇਹਨਾਂ ਗੱਲਾਂ ਦੀ ਇਜਾਜ਼ਤ ਦਿੰਦਾ? ਕਿ ਗੁਰੂ ਸਾਹਿਬ ਸਾਨੂੰ ਇਹਨਾਂ ਕੰਮਾਂ ਨੂੰ ਕਰਨ ਨੂੰ ਕਹਿੰਦੇ ਨੇ ਵੀ ਇਹ ਕੰਮ ਕਰੋ? ਅਸੀਂ ਕਈ ਵਾਰੀ ਆਪਣੇ ਕੀਤੇ ਹੋਏ ਕਰਮ ਤੋਂ ਆਪਣੀ ਫਿਲਾਸਫੀ ਨੂੰ, ਆਪਣੇ ਫਲਸਫੇ ਨੂੰ ਬਦਨਾਮ ਕਰਦੇ ਹਾਂ। ਆਪਣੇ ਗੁਰੂਆਂ ਦੇ ਦਿੱਤੇ ਹੋਏ ਕਿਰਦਾਰ ਨੂੰ, ਉਹਨਾਂ ਦੀ ਕੀਤੀਆਂ ਹੋਈਆਂ ਕਮਾਈਆਂ ਨੂੰ, ਗੁਸਤਾਖੀ ਮਾਫ, ਅਸੀਂ ਕਈ ਵਾਰੀ ਬਦਨਾਮ ਕਰਦੇ ਹਾਂ। ਜੋ ਉਹਨਾਂ ਨੇ ਸਾਡੇ ਵਾਸਤੇ ਕਮਾਈਆਂ ਕੀਤੀਆਂ, ਐਡੀਆਂ ਐਡੀਆਂ ਮਹਾਨ ਸ਼ਹਾਦਤਾਂ ਦਿੱਤੀਆਂ, ਉਸ ਵਿਰਸੇ ਨੂੰ ਅਸੀਂ ਗੰਦਲਾ ਕਰਦੇ ਹਾਂ। ਗੁਸਤਾਖੀ ਮਾਫ ਕਰਨਾ। ਜਦੋਂ ਅਸੀਂ ਇਹ ਗੱਲ ਕਹਿ ਕੇ ਕਿ ਲੋਕਾਂ ਨੂੰ ਤੇ ਅਸੀਂ ਸਰਦਾਰ ਹੁੰਦੇ ਹਾਂ, ਇਹ ਸਰਦਾਰ ਦਾ ਅਰਥ ਸ਼ਰਾਬ ਪੀਣਾ ਹੁੰਦਾ ਹੈ, ਸਰਦਾਰ ਦਾ ਅਰਥ ਗਲਤ ਮਹਿਫਿਲ 'ਚ ਬੈਠਣਾ ਹੁੰਦਾ ਹੈ, ਸਰਦਾਰ ਦਾ ਅਰਥ ਮਾੜੇ ਕੰਮ ਕਰਨਾ ਹੁੰਦਾ ਹੈ। ਕਬੀਰ ਸਾਹਿਬ ਨੇ ਭਾਵੇਂ ਤਰਕ ਬ੍ਰਾਹਮਣ 'ਤੇ ਕੀਤਾ, ਪਰ ਹਰ ਇੱਕ ਮਨੁੱਖ ਵਾਸਤੇ ਇਹ ਤਰਕ ਢੁਕਦਾ ਹੈ। ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਪਰਮਾਤਮਾ ਦੀ ਅੰਸ਼ ਹਾਂ, ਔਰ ਅਸੀਂ ਉੱਚੇ ਉਦੋਂ ਤੱਕ ਨਹੀਂ ਜਦੋਂ ਤੱਕ ਸਾਡੇ ਉੱਚੇ ਕਰਮ ਨਹੀਂ। ਕਬੀਰ ਸਾਹਿਬ ਸ਼ਬਦ ਦੇ ਰਾਹੀਂ ਉੱਚੇ ਕਰਮ ਕਰਨ ਵਾਸਤੇ ਉਹ ਪਰਮਾਤਮਾ ਦੀ ਬੰਦਗੀ ਕਰਨ ਦਾ ਉਪਦੇਸ਼ ਦੇ ਰਹੇ ਹਨ। ਗੁਰੂ ਮਹਾਰਾਜ ਕਿਰਪਾ ਕਰਨ, ਆਪਣਾ ਮਿਹਰ ਦਾ ਹੱਥ ਰੱਖਣ ਤੇ ਅਸੀਂ ਉੱਚੇ ਕਰਮ ਕਰਕੇ ਉੱਚੇ ਬਣ ਸਕੀਏ, ਤਾਂ ਕਿ ਸਾਡਾ ਮਨੁੱਖਾ ਜੀਵਨ ਸਫਲਾ ਹੋ ਸਕੇ, ਇਹ ਅਜਾਈ ਨਾ ਜਾਵੇ। ਅਸੀਂ ਕਿਸੇ ਵੀ ਗੱਲ ਦਾ ਹੰਕਾਰ ਜੀਵਨ ਵਿੱਚ ਨਹੀਂ ਕਰਨਾ। ਜੇ ਕਿਤੇ ਕਦੀ ਮਾਣ ਕਰਨਾ ਹੋਵੇ ਤਾਂ ਆਪਣੇ ਗੁਰੂ ਦੇ ਉੱਤੇ ਕਰਨਾ ਵੀ ਸਤਿਗੁਰੂ ਤੁਸੀਂ ਸਮਰੱਥ ਹੋ, ਮੈਂ ਤਾਂ ਮੂਰਖ ਹਾਂ, ਅਗਿਆਨੀ ਹਾਂ, ਬੇਸਮਝ ਹਾਂ। ਗੁਰਬਾਣੀ ਵਿੱਚ ਲਿਖਿਆ ਹੋਇਆ ਹੈ, ਨਾ ਮੇਰੀ ਕੋਈ ਜਾਤ ਹੈ, ਨਾ ਮੇਰੀ ਕੋਈ ਕੁਲ ਹੈ, ਨਾ ਮੇਰੇ ਕੋਲ ਮਿੱਠੇ ਬੈਣ ਨੇ। ਔਰ ਸਿੱਖ ਇਹ ਵਚਨ ਪੜ੍ਹਨ ਤੋਂ ਬਾਅਦ ਵੀ ਨਾ ਮੇਰੀ ਕੁਲ ਢੰਗ, ਨਾ ਮਿੱਠੇ ਬਹਿਣਾ, ਨਾ ਮੇਰੀ ਕੋਈ ਕੁਲ, ਨਾ ਕੋਈ ਜਾਤ, ਨਾ ਮੇਰੇ ਕੋਲ ਮਿੱਠੇ ਬਹਿਣ ਨੇ। ਇਹ ਗੱਲ ਪੜ੍ਹਨ ਤੋਂ ਬਾਅਦ ਵੀ ਸਿੱਖ ਜਦੋਂ ਗੁਮਾਨ ਕਰਦਾ ਗੁਸਤਾਖੀ ਮਾਫ ਕਰਨਾ, ਫਿਰ ਸਮਝ ਲਓ ਉਹ ਬਾਣੀ ਦਾ ਘੋਰ ਅਪਮਾਨ ਕਰ ਰਿਹਾ, ਕਿਉਂਕਿ ਬਾਣੀ ਨੂੰ ਜੀਵਨ 'ਚ ਉਤਾਰ ਨਹੀਂ ਰਿਹਾ। ਅਸੀਂ ਇਸ ਬਾਣੀ ਨੂੰ ਜੀਵਨ 'ਚ ਉਤਾਰ ਲਈਏ, ਜੀਵਨ ਸਫਲਾ ਹੋਏਗਾ। ਆਓ ਗੁਰੂ ਚਰਨਾਂ 'ਚ ਅਰਦਾਸ ਕਰੀਏ। ਇਤਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ